ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਵਾਹਿਗੁਰੂ ਸਾਹਿਬ ਜੀ, ਸੁਖ ਦੁਖ ਜਿਹੇ ਪਰਸੇ ਨਹੀਂ, ਲੋਭ ਮੋਹ ਅਭਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 12 ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। 13ਵੇਂ ਸ਼ਲੋਕ ਦੀ ਵਿਚਾਰ ਆਪਾਂ ਕਰਾਂਗੇ। 13ਵੇਂ ਸ਼ਲੋਕ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਸੁਖ ਦੁਖ ਜਿਹੇ ਪਰਸੇ ਨਹੀਂ, ਲੋਭ ਮੋਹ ਅਭਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਖ ਰਹੇ ਨੇ ਕਿ ਇਹ ਮਨ ਸੁਣ, ਉਹ ਪ੍ਰਾਣੀ ਪਰਮਾਤਮਾ ਦਾ ਹੀ ਰੂਪ ਹੈ, ਜਿਸ ਨੂੰ ਸੁਖ ਦੁੱਖ ਲੋਭ ਮੋਹ ਹੰਕਾਰ ਨਹੀਂ ਵਿਆਪਦਾ, ਜਿਸ ਨੂੰ ਸੁਖ ਦੁੱਖ ਲੋਭ ਮੋਹ ਹੰਕਾਰ ਪੋਹ ਨਹੀਂ ਸਕਦਾ। ਉਹ ਪ੍ਰਾਣੀ ਪਰਮਾਤਮਾ ਦਾ ਹੀ ਰੂਪ ਹੈ। ਇਹ ਸਤਿਗੁਰੂ ਪਾਤਸ਼ਾਹ ਮਾਲਕ ਸਾਨੂੰ ਇਸ ਸ਼ਲੋਕ ਵਿੱਚ ਸੋਝੀ ਬਖਸ਼ ਰਹੇ ਨੇ। ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੀ ਅਵਸਥਾ ਕਿੰਨੀ ਕੁ ਉੱਚੀ ਹੋ ਸਕਦੀ ਹੈ। ਖਿਆਲ ਕਰਨਾ, ਜਿਹੜਾ 12ਵਾਂ ਸ਼ਲੋਕ ਸੀ ਨਾ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਦਾ, ਉਸ ਦੀ ਆਪਾਂ ਵਿਚਾਰ ਸਰਵਣ ਕਰ ਚੁੱਕੇ ਹਾਂ। ਗੁਰੂ ਪਾਤਸ਼ਾਹ ਮਾਲਕ ਉਸ ਵਿੱਚ ਕਹਿ ਰਹੇ ਸਨ ਕਿ ਰੱਬ ਦੇ ਪਿਆਰੇ ਸੰਤ ਪੁਕਾਰ ਪੁਕਾਰ ਕੇ ਗੱਲ ਆਖ ਰਹੇ ਨੇ ਕਿ ਪਰਮਾਤਮਾ ਘਟ ਘਟ ਵਿੱਚ ਵਸਦਾ ਹੈ। ਅਸੀਂ ਕਿਸੇ ਵੇਲੇ ਸਾਡਾ ਪੱਖ ਉਲਾਰੂ ਜ਼ਿਆਦਾ ਹੋ ਜਾਂਦਾ, ਅਸੀਂ ਕਹਿੰਦੇ ਹਾਂ ਕੋਈ ਸੰਤ ਹੈ ਹੀ ਨਹੀਂ, ਤੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਕਿ ਨਹੀਂ, ਰੱਬ ਦੇ ਪਿਆਰੇ ਸੰਤ ਹੈ ਨੇ, ਤੇ ਸੰਤ ਜਨ ਹੀ ਪੁਕਾਰ ਪੁਕਾਰ ਕੇ ਆਖ ਰਹੇ ਨੇ ਕਿ ਪਰਮਾਤਮਾ ਘਟ ਘਟ ਵਿੱਚ ਵਸਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਾਲਕ 13ਵੇਂ ਸ਼ਲੋਕ ਵਿੱਚ ਤੇ ਇਹ ਸਾਨੂੰ ਸਮਝਾ ਰਹੇ ਨੇ ਕਿ ਬੰਦਾ ਪਰਮਾਤਮਾ ਦਾ ਰੂਪ ਵੀ ਬਣ ਸਕਦਾ ਹੈ। ਗੁਰੂ ਅਰਜਨ ਸਾਹਿਬ ਮਾਲਕ ਨੇ ਵੀ ਇਹ ਕਿਰਪਾ ਕਰਕੇ ਸਮਝਾਇਆ ਕਿ ਜਿਹੜਾ ਰੱਬ ਦਾ ਸੇਵਕ ਹੁੰਦਾ ਨਾ, ਉਹ ਰੱਬ ਵਰਗਾ ਹੀ ਹੁੰਦਾ ਹੈ। ਉਹਦੇ ਵਿੱਚ ਉਸ ਨੂੰ ਕਿਤੇ ਤੁਸੀਂ ਇਹ ਨਾ ਸਮਝੋ ਕਿ ਇਹ ਕੋਈ ਐਵੇਂ ਹੀ ਮਨੁੱਖ ਤੁਰਿਆ ਫਿਰਦਾ ਹੈ। ਉਹ ਮਨੁੱਖ ਪਰਮਾਤਮਾ ਦਾ ਰੂਪ ਹੈ, ਜਿਹੜਾ ਪਰਮਾਤਮਾ ਦੀ ਸੇਵਾ ਕਰਦਾ, ਪਰਮਾਤਮਾ ਦਾ ਸਿਮਰਨ ਕਰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਮਨੁੱਖ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਤ ਨਹੀਂ। ਜਿਵੇਂ ਪਾਣੀ ਵਿੱਚ ਲਹਿਰਾਂ ਉੱਠਦੀਆਂ ਨੇ, ਫਿਰ ਪਾਣੀ ਵਿੱਚ ਹੀ ਸਮਾ ਜਾਂਦੀਆਂ ਨੇ। ਜਿਹੜਾ ਰੱਬ ਦਾ ਸਿਮਰਨ ਕਰਦਾ ਮਨੁੱਖ, ਉਹ ਪਰਮਾਤਮਾ ਵਰਗਾ ਹੀ ਹੁੰਦਾ ਹੈ। ਸਭ ਕਹਿੰਦੇ ਹਰਿ ਕਾ ਸੇਵਕ ਸੋ ਹਰਿ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉਂ ਜਲ ਤਰੰਗ ਉੱਠੇ ਬਹੁ ਭਾਤੀ, ਫਿਰ ਸਲਲੈ ਸਲਲ ਸਮਾਏਂਦਾ। ਹੁਣ ਇਹ ਹੈ ਅਵਸਥਾ ਬੜੀ ਉੱਚੀ। ਅਸੀਂ ਸੰਸਾਰੀ ਜੀਵ ਹਾਂ। ਹੁਣ ਸਤਿਗੁਰੂ ਪਾਤਸ਼ਾਹ ਮਾਲਕ ਇਸ ਸ਼ਲੋਕ ਵਿੱਚ ਦੁੱਖ ਦੀ, ਸੁੱਖ ਦੀ, ਲੋਭ ਦੀ, ਮੋਹ ਦੀ ਅਤੇ ਅਭਿਮਾਨ ਦੀ ਗੱਲ ਕਰ ਰਹੇ ਨੇ। ਹਰੇਕ ਜੀਵ ਜਿਹੜਾ ਸੰਸਾਰੀ ਹੈ ਨਾ, ਉਹ ਸੁੱਖ ਹੀ ਚਾਹੁੰਦਾ, ਦੁੱਖ ਕਹਿੰਦਾ ਮੇਰੇ ਕੋਈ ਲਾਗੇ ਆਵੇ ਨਾ। ਲੱਭ ਵੀ ਹਰੇਕ ਨੂੰ, ਲੋਭ ਵੀ ਹਰੇਕ ਨੂੰ ਚੰਬੜਿਆ ਹੋਇਆ, ਮੋਹ ਵੀ ਹੈ, ਮੋਹ ਦੇ ਵਿੱਚ ਇਨਸਾਨ ਫਸਿਆ ਹੋਇਆ, ਅਤੇ ਹੰਕਾਰ ਵੀ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੋ ਜਾਣਾ ਕਿ ਜੇ ਦੁੱਖ ਹੈ ਤਾਂ ਵੀ ਪਰਮਾਤਮਾ ਨੂੰ ਯਾਦ ਕਰਨਾ, ਸੁੱਖ ਹੈ ਤਾਂ ਵੀ ਕੋਈ ਹੰਕਾਰ ਨਹੀਂ ਕਰਨਾ, ਤਾਂ ਵੀ ਉਸ ਪਰਮਾਤਮਾ ਨੂੰ, ਸੁੱਖ ਵਿੱਚ ਵੀ ਪਰਮਾਤਮਾ ਨੂੰ ਯਾਦ ਕਰਨਾ। ਵਿਰਲੇ ਮਨੁੱਖ ਹੁੰਦੇ ਜਿਹੜੇ ਸੁੱਖ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਨੇ, ਔਰ ਕੋਈ ਲੋਭ ਵੀ ਨਾ ਹੋਣਾ, ਮੋਹ ਵੀ ਨਾ ਹੋਣਾ, ਹੰਕਾਰ ਵੀ ਨਾ ਹੋਣਾ। ਹੁਣ ਖਿਆਲ ਕਰਨਾ, ਜੇ ਕੋਈ ਦੁੱਖ ਸੁੱਖ ਤੋਂ ਉੱਪਰ ਉੱਠ ਜਾਵੇ ਅਤੇ ਲੋਭ ਮੋਹ ਤੋਂ ਵੀ ਉੱਪਰ ਉੱਠ ਜਾਵੇ, ਪਰ ਇੱਕ ਚੀਜ਼ ਦਾ ਫਿਰ ਹੰਕਾਰ ਹੋ ਜਾਂਦਾ ਹੈ, ਅਭਿਮਾਨ ਫਿਰ ਨਹੀਂ ਦੂਰ ਹੁੰਦਾ। ਅਭਿਮਾਨ ਰਹਿੰਦਾ ਜਾਂ ਹੰਕਾਰ ਰਹਿੰਦਾ। ਕਿਹੜੀ ਗੱਲ ਦਾ? ਕਿ ਮੈਂ ਤਾਂ ਜੀ ਦੁੱਖ ਸੁੱਖ ਦੀ ਪਰਵਾਹ ਨਹੀਂ ਕਰਦਾ, ਮੈਨੂੰ ਕੋਈ ਲੋਭ ਨਹੀਂ, ਮੈਨੂੰ ਕੋਈ ਮੋਹ ਨਹੀਂ। ਇਹ ਚੀਜ਼ ਵੀ ਕਦੋਂ ਮਨੁੱਖ ਕਹਿ ਰਿਹਾ? ਜਦੋਂ ਉਸ ਨੂੰ ਹੰਕਾਰ ਹੈ। ਸਤਿਗੁਰੂ ਪਾਤਸ਼ਾਹ ਮਾਲਕ ਕਹਿੰਦੇ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ, ਦੁੱਖ ਸੁੱਖ ਲੋਭ ਮੋਹ ਅਭਿਮਾਨ ਤੋਂ ਉੱਪਰ ਉੱਠ ਜਾਂਦਾ ਜਿਹੜਾ, ਉਹ ਪਰਮਾਤਮਾ ਦੀ ਮੂਰਤ ਹੈ, ਉਹ ਮਨੁੱਖ। ਹੁਣ ਇਨਸਾਨ ਸਦਾ ਵਾਸਤੇ
ਸੁੱਖ ਚਾਹੁੰਦਾ ਹੈ, ਦੁੱਖ ਨਹੀਂ ਚਾਹੁੰਦਾ। ਇਹ ਗੱਲ ਬਹੁਤ ਵੱਡੀ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਮਾਲਕ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਪਰ ਗੁਰੂ ਪਾਤਸ਼ਾਹ ਮਾਲਕ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਅਡੋਲ ਰਹੇ। ਜਿਨ੍ਹਾਂ ਨੇ ਤੱਤੀ ਤਵੀ 'ਤੇ ਬਿਠਾਇਆ ਉਹ ਫਿਰ ਵੀ ਤੱਤੇ ਨੇ। ਜਹਾਂਗੀਰ ਵੀ ਤੱਤਾ ਹੈ, ਮੁਰਤਜ਼ਾ ਖਾਂ ਵੀ ਤੱਤਾ ਹੈ, ਇਹ ਅਜੇ ਵੀ ਸਾਰੇ ਤੱਤੇ ਨੇ। ਪਰ ਸਤਿਗੁਰੂ ਪਾਤਸ਼ਾਹ ਮਾਲਕ ਤੱਤੀ ਤਵੀ 'ਤੇ ਬੈਠੇ ਹੋਏ ਵੀ ਸ਼ਾਂਤ ਨੇ। ਲੋਹ ਵੀ ਤੱਤੀ ਆ, ਰੇਤਾ ਵੀ ਤੱਤੀ ਹੈ, ਜਹਾਂਗੀਰ ਵੀ ਤੱਤਾ ਹੈ, ਮੁਰਤਜ਼ਾ ਖਾਂ ਵੀ ਤੱਤਾ ਹੈ। ਸਾਰੇ ਤਪ ਰਹੇ ਨੇ, ਸਾਰੇ ਤਪ ਰਹੇ ਨੇ, ਦੁਖੀ ਨੇ। ਪਰ ਸਤਿਗੁਰੂ ਪਾਤਸ਼ਾਹ ਮਾਲਕ ਤੱਤੀ ਤਵੀ 'ਤੇ ਬੈਠ ਕੇ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ। ਉਹ ਪਰਮਾਤਮਾ ਦੇ ਭਾਣੇ ਵਿੱਚ, ਪਰਮਾਤਮਾ ਦੇ ਪਿਆਰ ਵਿੱਚ ਪਰਮਾਤਮਾ ਨਾਲ ਜੁੜੇ ਹੋਏ ਨੇ। ਅਤੇ ਧੰਨ ਗੁਰੂ ਪਾਤਸ਼ਾਹ ਮਾਲਕ ਦੇ ਜੇ ਸਿੱਖਾਂ ਦੀ ਗੱਲ ਕਰੀਏ, ਬੜਾ ਵੱਡਾ ਦੁੱਖ ਹੈ। ਇੱਕ ਪਾਸੇ ਸਰੀਰ ਦੇ ਉੱਤੇ ਆਰਾ ਚੱਲਣਾ ਬੜਾ ਵੱਡਾ ਦੁੱਖ ਹੈ। ਇੱਕ ਬੰਨੇ ਸੋਹਣੀਆਂ ਸੇਜਾਂ ਨੇ, ਬੜੀਆਂ ਜਾਇਦਾਦਾਂ ਨੇ, ਸੂਬੇਦਾਰੀਆਂ ਮਿਲਣੀਆਂ ਨੇ, ਇੱਕ ਪਾਸੇ ਸਰੀਰਕ ਸੁੱਖ ਹੀ ਸੁੱਖ ਨੇ। ਭਾਈ ਮਤੀ ਦਾਸ ਦੇ ਸਾਹਮਣੇ ਇੱਕ ਪਾਸੇ ਬੜਾ ਵੱਡਾ ਦੁੱਖ ਹੈ, ਇੱਕ ਪਾਸੇ ਬੜਾ ਵੱਡਾ ਸੁੱਖ ਹੈ। ਪਰ ਉਹ ਦੁੱਖ ਸੁੱਖ ਤੋਂ ਉੱਪਰ ਉੱਠੇ ਨੇ। ਉਸ ਦੁੱਖ ਦੀ ਆਰੇ ਦੀ ਕੋਈ ਪਰਵਾਹ ਨਹੀਂ। ਜੇ ਕੋਈ ਆਖਰੀ ਖਵਾਇਸ਼ ਪੁੱਛੀ ਜਾਂਦੀ ਹੈ ਤੇ ਉਹ ਕੀ ਮੰਗ ਹੈ ਕਿ ਮੇਰਾ ਮੁੱਖ ਜਿਹੜਾ ਨਾ ਉਹ ਮੇਰੇ ਗੁਰੂ ਦੇ ਪਿੰਜਰੇ ਵੱਲ ਹੋਵੇ। ਕਾਜੀ ਆਖਦਾ ਦੱਸ ਹਾਂ ਮਤੀ ਦਾਸਾ, ਤੇਰੀ ਆਖਰੀ ਇੱਛਾ ਹੱਲ ਹੋਵੇ। ਜੋ ਚਾਹੇ ਉਹ ਤੂੰ ਪਾ ਸਕਦਾ, ਉਹ ਹਾਜ਼ਰੀ ਉਸੇ ਪਲ ਹੋਵੇ। ਹੱਸ ਗਿਆ ਮਤੀ ਦਾਸ ਅੱਗੋਂ, ਮੇਰੀ ਆਖਰੀ ਇੱਛਾ ਹੱਲ ਹੋਵੇ। ਜਦ ਸੀਸ ਮੇਰੇ 'ਤੇ ਚੱਲੇ ਯਾਰਾ, ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ। ਭਾਈ ਮਤੀ ਦਾਸ ਦੁੱਖ ਸੁੱਖ ਤੋਂ ਉੱਪਰ ਨੇ। ਉਹਨਾਂ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਸਾਰਾ ਕੁਝ ਗੁਰੂ ਚਰਨਾਂ ਵਿੱਚ ਰਹਿ ਕੇ ਸਿੱਖਿਆ ਸੀ। ਭਾਈ ਸਾਹਿਬ ਭਾਈ ਗੁਰਦਾਸ ਜ਼ਿਕਰ ਕਰਦੇ ਨੇ, ਕਹਿੰਦੇ ਨੇ ਜਿਹੜਾ ਗੁਰਸਿੱਖ ਹੁੰਦਾ ਹੈ, ਗੁਰਮੁਖ ਹੁੰਦਾ ਨਾ, ਉਹਦੇ ਕੋਲ ਕਮਾਲ ਦੀ ਜੁਗਤੀ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਨੇ ਜਿਹੜੇ ਚੱਕੀ ਦੇ ਪੁੜ ਚੁੱਕੀਏ ਤਾਂ ਮੁਸ਼ਕਲ ਹੈ, ਉਹ ਚੁੱਕੇ ਨਹੀਂ ਜਾਂਦੇ। ਪਰ ਜੁਗਤੀ ਨਾਲ ਜੇ ਰੇੜ ਕੇ ਲੈ ਜਾਈਏ ਤਾਂ ਲੈ ਜਾਈਦੇ ਆ, ਸੌਖੇ ਨੇ। ਹਾਥੀ ਸ਼ੇਰ ਸਿੱਧੇ ਫੜਨੇ ਬੜੇ ਮੁਸ਼ਕਲ ਆ, ਇਹ ਜੁਗਤੀ ਨਾਲ ਕਾਬੂ ਆ ਜਾਂਦੇ ਨੇ। ਨਦੀ ਵਿੱਚ ਬੜਾ ਵੱਡਾ ਹੜ੍ਹ ਆਇਆ ਹੋਵੇ, ਲੰਘਣਾ ਮੁਸ਼ਕਲ ਹੈ, ਪਰ ਬੇੜੀ 'ਤੇ ਚੜ੍ਹ ਕੇ ਆਰਾਮ ਨਾਲ ਲੰਘ ਜਾਈਦਾ। ਦੁੱਖ ਸੁੱਖ ਹੈਣ ਤਾਂ ਬੜੇ ਬਿਖਮ, ਪਰ ਜੇ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਿਆ ਹੋਵੇ ਨਾ, ਤੇ ਮਨੁੱਖ ਕਮਲ ਵਾਂਗੂ ਨਿਰਾਲਾ ਰਹਿ ਜਾਂਦਾ ਹੈ, ਕੋਈ ਪਰਵਾਹ ਨਹੀਂ ਕਰਦਾ। ਭਾਈ ਸਾਹਿਬ ਲਿਖਦੇ ਨੇ, ਭਾਈ ਗੁਰਦਾਸ ਜੀ, ਜੈਸੇ ਪਾਟ ਚਾਕੀ ਕੇ ਨਾ ਮੂੰਡ ਕੇ ਉਠਾਏ ਜਾਤ, ਕਲਾ ਕੀਏ ਲੀਏ ਜਾਤ ਐਂਚਿਤ ਅਚਿੰਤ ਹੀ। ਜੈਸੇ ਗਜ ਕੇਹਰ ਨਾ ਬਲ ਕੀਏ ਬਸ ਹੋਤ, ਜਤਨ ਕੈ ਆਨੀਅਤ ਸਮਤ ਸਮਤ ਹੀ। ਜੈਸੇ ਜਲ ਸਰਤਾ ਪ੍ਰਬਲ ਭਿਆਨ ਰੂਪ, ਕਰਵਮ ਚੜ ਪਾਰ ਉਤਰੈ ਤੁਰੰਤ ਹੀ। ਤੈਸੇ ਸੁਖ ਦੁਖ ਬਹੁ ਬਿਖਮ ਸੰਸਾਰ ਬਿਖੈ, ਗੁਰ ਉਪਦੇਸ਼ ਜਲ ਜਲੇ ਏਕੰਤ ਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਕਿਰਪਾ ਕਰਦੇ ਨੇ। ਕਹਿੰਦੇ ਜਿਹੜਾ ਮਨੁੱਖ ਦੁੱਖ ਸੁੱਖ ਦੀ ਕੋਈ ਪਰਵਾਹ ਨਹੀਂ ਕਰਦਾ, ਕੋਈ ਜਿਸ ਨੂੰ ਡਰ ਹੀ ਨਹੀਂ, ਜਿਹਦੇ ਵਾਸਤੇ ਸੋਨਾ ਮਿੱਟੀ ਇੱਕੋ ਜਿਹਾ, ਜਿਸ ਦੀ ਕਿਤੇ ਨਿੰਦਿਆ ਹੋ ਜਾਵੇ ਉਹਨੂੰ ਕੋਈ ਪਰਵਾਹ ਨਹੀਂ, ਕੋਈ ਉਸਤਤ ਕਰ ਦੇਵੇ ਉਸ ਨੂੰ ਕੋਈ ਖੁਸ਼ੀ ਨਹੀਂ, ਜਿਹਨੂੰ ਕੋਈ ਲੋਭ ਨਹੀਂ, ਮੋਹ ਨਹੀਂ, ਕੋਈ ਅਭਿਮਾਨ ਨਹੀਂ, ਜਿਹੜਾ ਹਰਖ ਤੋਂ ਸੋਗ ਤੋਂ ਖੁਸ਼ੀ ਗਮੀ ਤੋਂ ਨਿਆਰਾ ਹੋਵੇ, ਜਿਹਨੂੰ ਕੋਈ ਵੀ ਕਿਸੇ ਚੀਜ਼ ਦੀ ਆਸ ਨਾ ਹੋਵੇ। ਸਤਿਗੁਰੂ ਪਾਤਸ਼ਾਹ ਮਾਲਕ ਕਹਿੰਦੇ ਆ ਉਹ ਮੁਕਤ ਹੁੰਦਾ ਹੈ, ਉਹ ਸਾਰੀਆਂ ਗੱਲਾਂ ਤੋਂ ਮੁਕਤ ਹੁੰਦਾ ਹੈ, ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋਂ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ ਰਹਾਓ, ਨਹ ਨਿੰਦਿਆ ਨਹ ਉਸਤਰ ਜਾਗੈ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕਰੋੜ ਜੇ ਪਰਸੇ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਸਾਰਾ ਕੁਝ ਪ੍ਰਾਪਤ ਕਿਵੇਂ ਹੋਵੇਗਾ? ਪ੍ਰਾਪਤ ਤਾਂ ਹੋਵੇਗਾ ਜੇ ਕਿਤੇ ਗੁਰੂ ਦੇ ਘਰ ਜਨਮ ਲਿਆ ਹੋਵੇਗਾ। ਕਿ
ਸਤਿਗੁਰ ਕੈ ਜਨਮੈ ਗਮਨ ਮਿਟਾਇਆ। ਗੁਰੂ ਦੀ ਜੇ ਕਿਤੇ ਕਿਰਪਾ ਹੋ ਜਾਵੇ ਤਾਂ ਬੰਦਾ ਇਹ ਜੁਗਤੀ ਨੂੰ ਪਛਾਣ ਲੈਂਦਾ। ਉਹ ਪਰਮਾਤਮਾ ਵਿੱਚ ਇੰਜ ਲੀਨ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਲੀਨ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਨੇ, ਗੁਰ ਕਿਰਪਾ ਜੇ ਨਰ ਕਉ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸ ਸ਼ਲੋਕ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਪੂਰਨ ਪੁਰਖ ਦਾ ਚਿੱਤਰ ਚਿਤਰਿਆ ਹੈ ਕਿ ਜਿਸ ਦੇ ਦਰਸ਼ਨ ਕੀਤਿਆਂ ਰੱਬ ਚੇਤੇ ਆ ਜਾਵੇ। ਜਿਹੜਾ ਦੁੱਖ ਸੁੱਖ ਲੋਭ ਮੋਹ ਹੰਕਾਰ ਜਿਹਨੂੰ ਪਹੁੰਚਦਾ ਨਹੀਂ, ਜਿਹੜਾ ਇਹਨਾਂ ਗੱਲਾਂ ਤੋਂ ਉੱਪਰ ਉੱਠਿਆ ਵਾ, ਉਸ ਨੂੰ ਵੇਖ ਕੇ ਪਰਮਾਤਮਾ ਚੇਤੇ ਆ ਜਾਂਦਾ ਹੈ। ਕਿਸੇ ਵੇਲੇ ਸਾਡੇ ਮਨ 'ਚ ਇਹ ਸਵਾਲ ਆ ਸਕਦਾ ਕਿ ਸ਼ਾਇਦ ਇਹ ਗੱਲਾਂ ਅਸੀਂ ਕਮਾ ਨਹੀਂ ਸਕਦੇ, ਇਹ ਸਾਰਾ ਕੁਝ ਸਤਿਗੁਰੂ ਪਾਤਸ਼ਾਹ ਹੀ ਕਰ ਸਕਦੇ ਨੇ। ਪਰ ਧੰਨ ਗੁਰੂ ਸਾਹਿਬ ਨੇ, ਮਾਲਕ ਨੇ ਜੋ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਆ ਨਾ, ਸ਼ਰਤ ਇਹ ਹੈ ਕਿ ਬੰਦਾ ਇਮਾਨਦਾਰੀ ਵਰਤੇ। ਇਮਾਨਦਾਰੀ ਵਰਤੇ, ਸਾਰਾ ਕੁਝ ਹੀ ਜਿਹੜਾ ਵਾ ਉਹ ਉਪਦੇਸ਼ ਸਾਰਾ ਸਿੱਖ ਜਿਹੜਾ ਵਾ ਉਹ ਕਮਾ ਸਕਦਾ ਹੈ, ਉਹ ਘਾਲਣਾ ਘਾਲ ਸਕਦਾ ਵਾ, ਇਹ ਅਵਸਥਾ 'ਤੇ ਪਹੁੰਚ ਸਕਦਾ ਹੈ। ਗੁਰੂ ਤੇ ਰੱਬ ਹੈ, ਗੁਰੂ ਤੇ ਰੱਬ ਵਿੱਚ ਕੋਈ ਫਰਕ ਨਹੀਂ। ਗੁਰੂ ਪਾਤਸ਼ਾਹ ਮਾਲਕ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਪਦੇਸ਼ ਦਿੱਤਾ, ਇਹ ਹਰੇਕ ਸਿੱਖ ਕਮਾ ਸਕਦਾ ਹੈ, ਬੇਸ਼ਰਤ ਹੈ ਇਮਾਨਦਾਰੀ ਵਰਤੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਇਸ 13ਵੇਂ ਸ਼ਲੋਕ ਵਿੱਚ ਕਿਰਪਾ ਕਰ ਰਹੇ ਨੇ ਕਿ ਸੁੱਖ ਦੁੱਖ ਜੇ ਪਰਸੇ ਨਹੀਂ, ਲੋਭ ਮੋਹ ਅਭਮਾਨ, ਜਿਸ ਨੂੰ ਸੁੱਖ ਦੁੱਖ ਲੋਭ ਮੋਹ ਹੰਕਾਰ ਪਹੁੰਚਦਾ ਨਹੀਂ, ਕਹੋ ਨਾਨਕ ਸੋ ਨਰੇ ਮੰਨਾ ਸੋ ਮੂਰਤ ਭਗਵਾਨ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਕਿ ਉਹ ਮਨੁੱਖ ਪਰਮਾਤਮਾ ਦਾ ਰੂਪ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਤੇ, ਅਸੀਂ ਗੁਰਸਿੱਖੀ ਨੂੰ ਕਮਾਉਣਾ ਸ਼ੁਰੂ ਕਰੀਏ, ਸਾਡਾ ਪਿਆਰ ਨਾਮ ਸਿਮਰਨ ਦੇ ਨਾਲ ਪੈ ਜਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ 13ਵੇਂ ਸ਼ਲੋਕ ਦੀ ਵਿਚਾਰ ਤੁਸ਼ ਬੁੱਧੀ ਅਨੁਸਾਰ ਮੈਂ ਕੀਤੀ ਹੈ। ਮੇਰੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਦੀ ਵਿਚਾਰ ਕਰਦਿਆਂ ਬਹੁਤ ਗਲਤੀਆਂ ਭੁੱਲਾਂ ਹੋਈਆਂ ਗਲਤੀਆਂ ਭੁੱਲਾਂ ਦੀ ਮੈਨੂੰ ਮੁਆਫੀ ਦੇ ਕੇ ਪਿਆਰ ਨਾਲ ਫਤਿਹ ਦੀ ਸਾਂਝ ਕਰਿਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।